ਜਿਹੜੇ ਬਿੱਲ ਬਣ ਗਏ ਸੀ ਐਕਟ ਬਣ ਗਏ ਨੇ ਪਾਰਲੀਮੈਂਟ ਵਿੱਚ ਉਹ ਅਸੀਂ ਸਾਡੀ ਵਿਧਾਨ ਸਭਾ ਨੇ ਯੂਨੈਨਿਮਸਲੀ ਉਹਨਾਂ ਨੂੰ ਰਿਜੈਕਟ ਕੀਤਾ। ਅਸੀਂ ਆਪਣੇ ਤੌਰ ਤੇ ਬਿੱਲ ਅਡਾਪਟ ਕੀਤੇ ਨੇ ਕੁਝ ਐਂਡ ਅਸੀਂ ਉਹ ਅੱਜ ਸਾਰੇ ਯੂਨੈਨਿਮਸਲੀ ਅੱਜ ਸਾਰੇ ਉਰੇ ਪਹੁੰਚੇ ਨੇ ਰਾਜ ਭਵਨ। ਗਵਰਨਰ ਸਾਹਿਬ ਨੂੰ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹਨਾਂ ਦੀ ਕਾਪੀਆਂ ਦਿੱਤੀਆਂ ਨੇ ਔਰ ਰਿਕੁਐਸਟ ਅਸੀਂ ਕੀਤੀ ਹੈ ਉਹਨਾਂ ਨੂੰ ਕਿ ਇਹਦੀ ਆਪਣੀ ਮਨਜ਼ੂਰੀ ਦੇਣ ਜਿੰਨੀ ਜਲਦੀ ਇਹ ਦੇ ਸਕਦੇ ਨੇ। ਸੋ ਦੈਟ ਇਜ਼ ਇਹ ਮੇਰੇ ਵੱਲੋਂ ਸਾਡੇ ਵੱਲੋਂ ਇਹ ਹੈ। ਮੈਂ ਧੰਨਵਾਦੀ ਹਾਂ ਸਾਰਿਆਂ ਦਾ, ਆਮ ਆਦਮੀ ਪਾਰਟੀ ਦਾ, ਹਰਪਾਲ ਜੀ ਦਾ, ਢਿੱਲੋਂ ਸਾਹਿਬ ਦਾ, ਲੋਕ ਇਨਸਾਫ ਪਾਰਟੀ ਦਾ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ 100% ਯੂਨੈਨਿਮਿਟੀ ਸੀ ਹਾਊਸ ਦੇ ਵਿੱਚ ਔਰ ਇੱਕ ਬਹੁਤ ਅੱਛਾ ਲੱਗਦਾ ਹੈ ਇਹ ਜਿਹੜਾ ਆਪਣਾ ਮਾਹੌਲ ਅੱਜ ਬਣਿਆ ਸੀ ਔਰ ਸਾਰੀ ਪੰਜਾਬ ਕਿਸਾਨੀ ਦੇ ਹੱਕ ਵਿੱਚ। ਔਰ ਸਿਰਫ ਪੰਜਾਬ ਕਿਸਾਨੀ ਨਹੀਂ, ਇਹਦਾ ਅਸਰ ਹਰਿਆਣੇ ਜਾਓ, ਰਾਜਸਥਾਨ ਜਾਓ, ਜਿੱਥੇ ਜਿੱਥੇ ਕਿਸਾਨ ਵਸਦੇ ਨੇ ਔਰ 80% ਹਿੰਦੁਸਤਾਨ ਪਿੰਡਾਂ 'ਚ ਰਹਿੰਦਾ ਉਹ ਸਾਰਿਆਂ ਨੂੰ ਆਵਾਜ਼ ਸਾਡੀ ਪਹੁੰਚੂਗੀ। ਲੇਕਿਨ ਸੀਐਮ ਸਾਹਿਬ ਇੱਕ ਖਦਸ਼ਾ ਹੈਗਾ, ਸਾਰੇ ਪੰਜਾਬ ਨੂੰ ਖਦਸ਼ਾ ਹੈਗਾ ਕਿ ਗਵਰਨਰ ਪੰਜਾਬ ਨੇ ਇਹਨਾਂ ਬਿੱਲਾਂ ਤੇ ਸਾਈਨ ਨਹੀਂ ਕਰਨੇ ਹੈਗੇ। ਲੋਕ ਦੇਖੋ ਗੱਲ ਹੈ, ਪਹਿਲਾਂ ਗਵਰਨਰ ਸਾਹਿਬ ਕੋਲ ਜਾਂਦਾ ਹੈ, ਦੈਨ ਇਟ ਗੋਜ਼ ਟੂ ਰਾਸ਼ਟਰਪਤੀ ਜੀ, ਫਿਰ ਇਹ ਬਿੱਲ ਬਣਦਾ ਨਹੀਂ ਹੈ। ਦੈਨ ਵੀ ਹੈਵ ਦੀ ਅਦਰ ਮੈਥਡਸ ਵਿਚ ਇਜ਼ ਦ ਲੀਗਲ ਮੈਥਡਸ। ਅਗਰ ਕਨਸਟੀਟਿਊਸ਼ਨਲ ਹੈਡ ਸਾਡੇ ਨਹੀਂ ਸਾਈਨ ਕਰਨਗੇ, ਆਈ ਐਮ ਹੋਪਫੁਲ ਕਿ ਗਵਰਨਰ ਸਾਹਿਬ ਇਸ ਨੂੰ ਜ਼ਰੂਰ ਧਿਆਨ ਦੇਣਗੇ ਬਿਕੋਜ਼ ਇਟ ਇਜ਼ ਯੂਨੈਨਿਮਸ ਐਂਡ ਇਜ਼ ਐਂਡ ਪੰਜਾਬ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚੋਂ ਆਈ ਹੈ। ਐਜ਼ ਗਵਰਨਰ ਆਫ ਪੰਜਾਬ ਹੀ ਸ਼ੁੱਡ ਡੂ ਦਿਸ। ਔਰ ਮੈਂ ਅਸੀਂ ਟਾਈਮ ਵੀ ਮੰਗਿਆ ਹੁਣ ਰਾਸ਼ਟਰਪਤੀ ਜੀ ਤੋਂ ਆਲਰੇਡੀ ਕਿ 2 ਔਰ 5 ਨਵੰਬਰ ਦੇ ਦਰਮਿਆਨ ਮੈਂ ਸੁਣਿਆ ਉਹਨਾਂ ਨੂੰ ਟਾਈਮ ਹੈ, ਉਹ ਸਾਨੂੰ ਕੋਈ ਟਾਈਮ ਦੇ ਰਹੇ। ਸਾਰਾ ਵਿਧਾਨ ਸਭਾ ਉੱਥੇ ਜਾਊਗਾ, ਉਹਨਾਂ ਨੂੰ ਮਿਲੇਗਾ। ਸਰ ਕੋਈ ਤੁਸੀਂ ਟਾਈਮ ਮੁਕਰਰ ਕੀਤਾ ਕਿ ਕਿੰਨੇ ਦੇਰ ਤੁਸੀਂ ਵੇਟ ਕਰੋਗੇ ਇਹਦੇ ਵਾਸਤੇ? 2 to 5 ਵੀ ਗੋਇੰ ਟੂ ਸੀ ਦ ਪ੍ਰੈਜ਼ੀਡੈਂਟ। ਉਦੋਂ ਤਾਂ ਇਹਨਾਂ ਦੇ ਕੋਲ 2 ਹਫ਼ਤੇ ਹੈ ਐਂਡ ਦੈਨ ਵੀ ਵਿਲ ਸੀ ਦ ਪ੍ਰੈਜ਼ੀਡੈਂਟ। ਇਫ ਨਾਟ then there is always a legal remedy. ਸੀਐਮ ਸਾਹਿਬ ਜਿਹੜੀਆਂ 3 ਬਿੱਲ ਤੁਸੀਂ ਪੇਸ਼ ਵੀ ਕੀਤੇ ਹੈਗੇ ਨੇ ਤੇ ਉਹਨਾਂ ਦੇ 4 ਬਿੱਲ ਸੀਗੇ ਜਿਹੜੇ ਉਹਨਾਂ ਦੇ ਖਾਸੀਅਤਾਂ ਕੀ ਹੈਗੀਆਂ ਨੇ ਜਿਹੜਾ ਤੁਸੀਂ ਪਲਟਦੇ ਨੇ ਕੇਂਦਰ ਸਰਕਾਰ? ਜਿਹੜੇ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਨੇ ਕਿਹਾ ਹੈ ਪਾਵਰਸ ਲੈ ਲਿੱਤੇ ਨੇ, ਜਿਹੜੀ MSP ਖਤਮ ਕਰ ਦਿੱਤੀ, FCI ਖਤਮ ਕਰ ਦਿੱਤੀ, ਕਈ ਚੀਜ਼ਾਂ ਨੇ, ਬਿੱਲ ਬਿਜਲੀ ਦਾ ਵੀ ਬਿੱਲ ਹੈ ਉਹਦੇ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਹੁਣ ਲਿਆ ਰਹੇ। ਕੁਝ ਕੱਲ ਅੱਜ ਆ ਗਈਆਂ, ਕੁਝ ਕੱਲ ਨੂੰ ਆ ਜਾਣਗੀਆਂ। ਆਈ ਥਿੰਕ ਦੇयर 4 ਫਾਰਮਰਸ ਬਿਲਸ ਕਮਿੰਗ ਟੁਮਾਰੋ। ਇਹ ਸਾਰਾ ਕੁਝ ਆਪਣੇ ਕਿਸਾਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੈ। ਲੇਕਿਨ ਸਰ ਜਿਹੜੇ ਮੱਕੀ ਬੀਜਦੇ ਨੇ ਜਾਂ ਕਾਟਨ ਬੈਲਟ ਵਾਲੇ ਫਾਰਮਰ ਹੈਗੇ ਨੇ ਉਹ ਵੀ ਕਹਿੰਦੇ ਸੀਗੇ ਕਿ ਸਾਨੂੰ MSP ਤੇ ਅਸ਼ੋਰੈਂਸ ਚਾਹੀਦੀ ਹੈਗੀ ਹੈ। ਸਾਡੇ ਘੱਟ ਮੱਕੀ ਵੀ ਵਿਕ ਰਹੀ ਹੈ, ਕਪਾਹ ਵੀ ਸਾਡੀ ਘੱਟ ਵਿਕ ਰਹੀ ਹੈਗੀ ਹੈ। ਉਹ ਤਾਂ ਅਸੀਂ ਉਹ ਕਹਿ ਰਹੇ ਹਾਂ, ਅਸੀਂ ਉਹ ਨਾਟ ਜਿਹੜੇ ਘੱਟ ਪਰਚੇਜ਼ ਕਰ ਰਹੇ ਉਹਨਾਂ ਤੁਹਾਡੇ ਸਾਹਮਣੇ ਆ ਜਾਊਗਾ। ਸੀਐਮ ਸਾਹਿਬ ਉਹਦੇ ਵਿੱਚ ਕੋਈ ਐਸਾ ਕਲੋਜ਼ ਹੈਗਾ, ਕਾਨੂੰਨ ਹੈਗਾ ਸੀਐਮ ਸਾਹਿਬ, ਐਸਾ ਕਾਨੂੰਨ ਹੈਗਾ ਕਿ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ? ਮੈਂ ਗੱਲ ਕਰ ਰਿਹਾ ਨਾ, ਦੱਸੋ ਜੀ। FCI ਖਰੀਦ ਬੰਦ ਕਰ ਦਿੰਦੀ ਹੈ ਪੰਜਾਬ ਦੇ ਤੇ ਫਿਰ ਕੀ ਕਰੋਗੇ ਪੰਜਾਬ? ਲੈਟ ਅਸ ਵੇਟ ਸਟੈਪ ਬਾਈ ਸਟੈਪ। ਹਾਲੇ ਤਾਂ ਪਹਿਲਾ ਸਟੈਪ ਹੋਇਆ, ਲੈਟ ਅਸ ਸੀ ਕਿ ਕਿਵੇਂ ਚੱਲਦਾ। ਇਸ ਤਰ੍ਹਾਂ ਤੁਹਾਡੇ ਕੀ MLA ਨੇ ਡਿਮਾਂਡ ਕੀਤੀ ਕਿ ਸਰਕਾਰ ਖੁਦ MSP ਦੇ ਦੇ, ਅਗਰ ਸਟੇਟ ਨਹੀਂ ਦਿੰਦਾ। All these issues will be discussed when the time comes. ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, it is we'll take issue by issue, step by step, और वो स्टेप जब होंगे फिर उਦੋਂ ਦੱਸਾਂਗੇ। सीएम साहब सोनिया गांधी और राहुल गांधी कहा था कि कहते ये केंद्र शासित राज्यों को इन बिलों के खिलाफ जाना चाहिए। जो आज ये है, क्या ये सोनिया गांधी और राहुल गांधी के मतलब की दिशा की तरफ जो उन्होंने कहा था संदेश दिया कि इसके खिलाफ जाना चाहिए, उसकी दिशा में है ये कदम? कैसे हाउ इज इट अगेंस्ट? हमारी कांग्रेस पार्टी ने फैसला किया है इन द पार्लियामेंट टू अपोज दिस बिल्स, इवन अदरवाइज पार्टी फोरम के ऊपर, और कांग्रेस पार्टी ने और सानू खुशी है आज कि सारे पंजाब ने इन्होंने इस गल ਨੂੰ अपोज किया। ਲੇਕਿਨ ਸਰ ਬੀਜੇਪੀ ਨੇ ਅੱਜ ਬੀਜੇਪੀ ਦੇ 2 MLA ਸੀਗੇ ਉਹ ਨਹੀਂ ਆਏ ਹੈਗੇ। ਉਹ ਫਿਰ ਬੀਜੇਪੀ ਨੇ ਤਾਂ ਆਪਣਾ ਹੀ, ਉਹਨੇ ਤੇ ਦੂਜੇ ਬਿੱਲ ਨੇ ਤੁਹਾਡਾ ਕੀ ਖਿਆਲ ਹੈ ਹੋਣਗੇ ਉਹਦੇ? ਉਹਨਾਂ ਨੂੰ ਸਰਕਾਰ ਦੀ ਗੱਲ ਤਾਂ ਰੱਖਣੀ ਚਾਹੀਦੀ ਸੀ ਨਾ। ਦੇ ਨੈਵਰ ਇਵਨ ਅਟੈਂਡਡ ਦ ਸੈਸ਼ਨ। ਜਿੰਨਾ ਕਿਸਾਨੀ ਨਾਲ ਪਿਆਰ ਹੈ ਉਹ ਇਸ ਤੋਂ ਹੀ ਪਤਾ ਲੱਗ ਜੂ ਤੁਹਾਨੂੰ ਕਿ ਉਹ ਤਾਂ ਆਏ ਵੀ ਨਹੀਂ ਹੁੰਦੇ। ਕੈਪਟਨ ਸਾਹਿਬ ਇੱਕ ਜਿਹੜਾ ਸ਼ੰਕਾ ਜਿਹਾ ਕੀਤਾ ਜਾ ਰਿਹਾ ਵੀ ਭਾਰਤ ਸਰਕਾਰ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ, ਇਹਦੇ ਸੰਬੰਧ ਵਿੱਚ ਵੀ ਤੁਸੀਂ ਸਾਰੀ ਮੈਂ ਤਾਂ ਉਹਨਾਂ ਨੂੰ ਕਹਿਤਾ, ਮੈਨੂੰ
ਡਿਸਮਿਸ ਕਰਨ ਦੀ ਲੋੜ ਨਹੀਂ। ਜਦੋਂ ਤੁਹਾਨੂੰ ਮੇਰੀ ਲੋੜ ਹੈ, ਮੇਰੇ ਜੇਬ 'ਚ ਪਿਆ ਹੁੰਦਾ, ਮੈਂ ਤੁਹਾਨੂੰ ਜਾ ਕੇ ਦੇ ਦੂੰਗਾ ਰੈਜ਼ਿਗਨੇਸ਼ਨ। ਪਾਰਟੀਆਂ ਨਾਲ ਵੀ ਤੁਸੀਂ ਕੋਈ ਡਿਸਕਸ ਕਰ ਰਹੇ ਜੇ ਕੋਈ ਮੋਰਚਾ ਲਾਉਣ ਦਾ ਸਾਂਝੇ ਤੌਰ ਤੇ ਪੰਜਾਬ ਦਾ ਮੋਰਚਾ ਸੀ इसमें ਤੁਸੀਂ ਐਡਵਾਂਸ 'ਚ ਪੁੱਛੀ ਜਾਂਦੇ ਹੋ, ਫਾਈਨਲ ਸਟੇਜ ਪਹਿਲਾਂ ਸ਼ੁਰੂ ਤਾਂ ਕਰਦੀ ਹੈ। ਲੇਕਿਨ ਅੱਜ ਕਿਸਾਨ ਵੀ ਕਾਫੀ ਖੁਸ਼ ਵੀ ਦਿਖਾਈ ਦਿੱਤੇ ਨੇ ਵੀ ਉਹਨਾਂ ਦੇ ਇਸ਼ੂ ਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਹੈਗੀ ਹੈ, ਪੰਜਾਬ ਵਾਸਤੇ ਇੱਕ ਚੰਗਾ ਸ਼ਗਨ। I think this is the best thing that can happen for Punjab. ਪੰਜਾਬ ਦੇ ਮਸਲੇ ਬਹੁਤ ਨੇ। ਇੱਕ ਪਾਸੇ ਸਾਡੀ ਕਿਸਾਨੀ ਦਾ ਮਸਲਾ ਹੈ, ਇੱਕ ਪਾਸੇ ਇੰਡਸਟਰੀ ਹੈ, ਇੱਕ ਪਾਸੇ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਹੈ। ਸਾਰੀਆਂ ਚੀਜ਼ਾਂ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਨੇ। ਕਾਮਨ ਬਾਰਡਰ ਪਾਕਿਸਤਾਨ ਨਾਲ ਸਾਡਾ ਹੈ, ਇੱਕ ਚੀਜ਼ ਨਹੀਂ, ਸਾਰੀਆਂ ਚੀਜ਼ਾਂ ਨੇ। ਔਰ ਅਸੀਂ ਸਾਰੇ ਆਰ ਕੰਸਰਨਡ ਆਪਣੇ ਆਪਣੇ ਤੌਰ ਤੇ, ਆਪਣੀ ਆਪਣੀ ਪਾਰਟੀ ਦੀ ਸੋਚ ਹੈ। ਬਟ ਐਜ਼ ਫਾਰ ਐਜ਼ ਨੈਸ਼ਨਲ ਸਿਕਿਉਰਿਟੀ, ਐਜ਼ ਫਾਰ ਐਜ਼ ਪੰਜਾਬ ਦੀ ਸਿਕਿਉਰਿਟੀ, ਐਜ਼ ਪੰਜਾਬ ਦਾ ਫਿਊਚਰ, ਇਹ ਸਾਰੇ ਮੇਰਾ ਖਿਆਲ ਅਸੀਂ ਇੱਕੋ ਪਲੇਟਫਾਰਮ ਤੇ। ਸਰ ਤੁਸੀਂ ਮੇਰਾ ਸਵਾਲ ਹੈ ਕਿ 35,000 ਕਰੋੜ ਦੇ ਕਰੀਬ ਕਣਕ, 35,000 ਕਰੋੜ ਦੇ ਕਰੀਬ ਝੋਨਾ ਖਰੀਦਿਆ ਜਾਂਦਾ। ਅਗਰ ਸੈਂਟਰ ਹੱਥ ਪਿੱਛੇ ਖਿੱਚ ਲੈਂਦਾ ਜੋ ਸਾਰੇ ਕਿਸਾਨਾਂ ਨੂੰ ਛੱਟ ਮਿਲਦਾ, ਤੇ ਫਿਰ ਸਟੇਟ ਗਵਰਨਮੈਂਟ ਦੇ ਕੋਲ ਕਿੱਥੋਂ ਪੈਸਾ ਆਏਗਾ? ਵਾਈ ਆਰ ਵੀ ਫਾਈਟਿੰਗ? ਅਸੀਂ ਲੜ ਕਿਉਂ ਰਹੇ ਹਾਂ? ਅਸੀਂ ਲੜੇ ਇਸ ਵਾਸਤੇ ਰਹੇ ਹਾਂ ਕਿ ਫਿਰ ਪੰਜਾਬ ਦੀ ਤੁਸੀਂ ਪੂਰੇ ਹਿੰਦੁਸਤਾਨ ਦੀ ਕਿਸਾਨੀ ਡੋਬ ਦਿਓਗੇ ਅਗਰ ਇਹ ਕੀਤਾ। ਤਾਂ ਹੀ ਤਾਂ ਅਸੀਂ ਲੜ ਰਹੇ ਹਾਂ ਕਿ ਅੱਜ 36,000 ਕਰੋੜ ਦਾ ਤੁਹਾਡਾ ਝੋਨਾ ਹੋਣਾ ਹੈ, 25,000 ਕਰੋੜ ਤੁਹਾਡਾ ਕਣਕ ਆਉਂਦੀ ਹੈ। 60 ਦਿਸ ਇਜ਼ ਆਲ ਹੈਜ਼ ਟੂ ਬੀ ਬੋਟ ਬਾਈ FCI through the MSP process। ਅਗਰ ਤੁਸੀਂ ਉਹ ਖਤਮ ਹੀ ਕਰਤਾ ਫਿਰ ਤਾਂ ਤੁਸੀਂ ਹਿੰਦੁਸਤਾਨ ਦੀ ਕਿਸਾਨੀ ਮਾਰਦੇ। ਹੁਣ ਜਿਸ ਤਰ੍ਹਾਂ ਅੜੀਅਲ ਰਵੱਈਆ ਉਹਨਾਂ ਨੇ ਅਪਣਾਇਆ ਹੋਇਆ, ਤੇ ਉਹਦਾ ਹੱਲ ਹੁਣ ਕੀ ਹੈਗਾ? ਦੇਖੋ, ਲੈਟ ਅਸ ਸੀ, ਇਟ ਕੈਨੋਟ ਬੀ ਕਿ ਗਵਰਨਮੈਂਟ ਆਫ ਇੰਡੀਆ ਪੂਰੇ ਪੰਜਾਬ ਦੀ ਆਵਾਜ਼ ਨੂੰ ਠੁਕਰਾ ਦੇ। ਸਰ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਵੱਲ ਗੱਲ ਵੱਧਦੀ ਜਾ ਰਹੀ ਹੈ, ਕੁਝ ਲੱਗ ਰਿਹਾ ਹੈ ਵੀ ਕਿਸਾਨ ਦੀ ਐਜੀਟੇਸ਼ਨ No, ਦੀ। I am totally against this। ਬਿਲਕੁਲ ਕੋਈ ਇਹ ਜੀ ਲਾਅ ਐਂਡ ਆਰਡਰ ਪ੍ਰੋਬਲਮ ਨਹੀਂ। ਮੇਰੀ ਤਾਂ ਅੱਜ ਕਿਸਾਨ ਯੂਨੀਅਨਸ ਨੂੰ ਇੱਕ ਅਪੀਲ ਵੀ ਹੈ ਕਿ ਤੁਸੀਂ ਜਿਹੜੇ ਆਪਣੇ ਧਰਨੇ ਲਾਉਣੇ ਹੋ, ਦੈਟ ਇਜ਼ ਆਰ ਡੈਮੋਕ੍ਰੈਟਿਕ ਰਾਈਟ, ਸ਼ਾਰਟ ਨਾ ਕਰੋ, ਲੇਕਿਨ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ। ਕਾਰਨ ਉਹਦੇ ਇਹ ਨੇ ਕਿ ਮੇਰੇ ਕੋਲ ਹੁਣ 2 ਯੂਨਿਟਸ ਤਾਂ ਬੰਦ ਹੋ ਗਏ ਪਾਵਰ ਦੇ। 2 ਯੂਨਿਟਸ ਕੋਲ ਇੱਕ ਦਿਨ ਦਾ ਪਾਵਰ ਹੈ, ਇੱਕ ਯੂਨਿਟ ਕੋਲ ਸਿਰਫ 2 ਯੂਨਿਟਸ ਨੇ ਜਿਨ੍ਹਾਂ ਦੇ ਕੋਲ ਕੋਈ 10-10, 12-12 ਦਿਨ ਦੇ ਪਾਵਰ ਹੈ। ਵੀ ਵਿਲ ਨਾਟ ਹੈਵ ਪਾਵਰ, ਟਿਊਬਵੈਲ ਨਹੀਂ ਚੱਲਣਗੇ, ਇੰਡਸਟਰੀ ਨਹੀਂ ਚੱਲੂਗੀ, ਸਭ ਕੁਝ ਤੁਹਾਡਾ ਖਰਾਬ ਹੋਣਾ। ਨੰਬਰ 2, ਤੁਹਾਡੀ ਅਗਰ ਆਪਾਂ ਗੋਡਾਊਨਸ ਨਹੀਂ ਖਾਲੀ ਕਰਾਂਗੇ, 50 ਲੱਖ ਟਨ ਮੇਰਾ ਝੋਨਾ ਆ ਗਿਆ ਮੰਡੀਆਂ ਦੇ ਵਿੱਚ, ਉਹ ਕਿੱਥੇ ਰੱਖਾਂਗੇ ਅਸੀਂ? ਸਾਡੇ ਕੋਲ ਕੋਈ ਰੱਖਣ ਨੂੰ ਜਗ੍ਹਾ ਨਹੀਂ ਹੈ। ਸੋ ਉਹਦਾ ਦੈਟ ਇਜ਼ ਵਾਈ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ। ਔਰ ਫਿਰ ਤੁਹਾਡੇ ਕੋਲ ਆਪਣੇ ਕੋਲ ਯੂਰੀਆ ਓਨਲੀ ਜਿੰਨੀ ਰਿਕੁਆਇਰਮੈਂਟ ਹੈ ਸਾਡੀ, ਉਹਦੇ 10% ਹੀ ਸਾਡੇ ਕੋਲ ਹੈ। ਵੀ ਡੋਂਟ ਹੈਵ ਯੂਰੀਆ। ਤਾਂ ਉਹ ਸਾਰੇ ਟ੍ਰੇਨਾਂ ਨਾਲ ਸੰਬੰਧਿਤ ਹੈ। ਬਾਕੀ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਦਾ, ਜੋ ਧਰਨੇ ਲਾਉਣੇ ਨੇ ਲਾਓ, ਸ਼ੌਕ ਨਾਲ। ਸੀਐਮ ਸਾਹਿਬ ਅੱਜ 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਨਾ, ਲੇਕਿਨ ਇਹ ਕਿਹਾ ਜਾ ਰਿਹਾ ਕਿ ਜਿਹੜਾ ਅੱਜ ਕਿਸਾਨਾਂ ਬਾਰੇ ਜਿਹੜੇ ਬਿੱਲਾਂ ਨੂੰ ਲੈ ਕੇ ਵੀ ਉਹ ਕੋਈ ਨਾ ਕੋਈ ਪੰਜਾਬ ਉੱਤੇ ਟਿੱਪਣੀ ਕਰ ਸਕਦੇ ਨੇ ਕਿ ਅਸਲੀ ਹਮਦਰਦ ਉਹ ਸੀਗੇ, ਜਦਕਿ ਗੁੰਮਰਾਹਕੁਨ ਪ੍ਰਚਾਰ ਕਾਂਗਰਸ ਵੀ ਕਰ ਰਹੀ ਹੈ ਜਾਂ ਪੰਜਾਬ ਸਰਕਾਰ। ਤੁਸੀਂ ਮੋਦੀ ਜੀ ਨੂੰ ਬਰੀਫਿੰਗ ਉਹਨਾਂ ਨੂੰ ਕੀ ਪਤਾ ਕਿ ਕੀ ਸਬਜੈਕਟ ਤੇ ਬੋਲਣਗੇ, ਉਹਨਾਂ ਨੂੰ ਬੋਲਣ ਦਿਓ, ਫਿਰ ਦੇਖਾਂਗੇ। ਜਿਹੜਾ ਕਿਸਾਨ ਅਪੀਲ ਨਹੀਂ ਮੰਨਦੇ ਕੈਪਟਨ ਸਾਹਿਬ, ਕਿਸਾਨ ਤੁਹਾਡੀ ਅਪੀਲ ਨਹੀਂ ਮੰਨਦੇ, ਨਹੀਂ ਰੇਲ ਗੱਡੀਆਂ ਨਹੀਂ ਚੱਲਣ। ਦੇਖੋ, ਕਿਸਾਨ ਜਥੇਬੰਦੀਆਂ ਪੰਜਾਬ ਦੇ ਰਹਿਣ ਵਾਲੇ ਨੇ, ਪੰਜਾਬ ਦੇ ਜਥੇਬੰਦੀਆਂ ਨੇ, ਪੰਜਾਬ ਦੇ ਵਸਨੀਕ ਨੇ, ਉਹਨਾਂ ਨੂੰ ਸਾਰੇ ਪੰਜਾਬ ਨਾਲ ਪਿਆਰ ਹੈ, ਚਾਹੇ ਕਿਸਾਨੀ ਦੇ ਨਾਲ ਔਰ ਪੰਜਾਬ ਦੇ ਹੋਰ। ਕੋਵਿਡ ਦੇ ਸਮੇਂ 'ਚ ਜੈਸੇ ਲੁਧਿਆਣਾ ਮੈਂ ਤੁਹਾਨੂੰ ਦੱਸਦਾ, ਸਾਡੇ ਕੋਲ 2,64,000 ਅੱਜ 2,34,000 ਅੱਜ ਇੰਡਸਟਰੀ ਸਾਡੀ ਖੁੱਲੀ ਹੈ। ਔਰ ਸਾਡੇ 16 ਲੱਖ ਸਾਡੇ ਉੱਥੇ ਲੋਕ 15 ਪੁਆਇੰਟ ਸਮਥਿੰਗ ਲੱਖ ਲੋਕ ਲੱਗੇ ਹੋਏ ਨੇ। ਅਗਰ ਇੰਡਸਟਰੀ ਬੰਦ ਹੋ ਜਾਏ, ਕੋਈ ਪੰਜਾਬ ਦਾ ਕਿਸਾਨ ਖੁਸ਼ ਹੋਗਾ? ਬਿਲਕੁਲ ਨਹੀਂ, ਨਾਟ ਐਟ ਆਲ। ਆਈ ਥਿੰਕ ਸਾਰਿਆਂ ਨੂੰ ਪੰਜਾਬ ਦਾ ਪਿਆਰ ਹੈ ਔਰ ਮੈਂ ਪੂਰਾ ਮੈਨੂੰ ਆਸ ਹੈ ਕਿ ਉਹ ਜਿਹੜੀ ਸਾਡੀ ਅਪੀਲ ਹੈ ਮੰਨਣਗੇ। ਸਰ ਹਾਲੇ ਤੱਕ ਅਸ਼ੋਰੈਂਸ ਆਈ ਕੋਈ ਕਿਸਾਨਾਂ ਵੱਲੋਂ? ਮੈਂ ਤਾਂ ਹੁਣੇ ਕੀਤੀ ਹੈ ਅਸੈਂਬਲੀ 'ਚ। There will be 3 years imprisonment if somebody buys the produced below MSP. But that means, in a way, you are admitting that center will give MSP. Where? Yeah. Well, these are things that we have to see. We have to see whether they will do MSP or not. But the question is very simple: that if you do not have an MSP and there is no buyer, who's going to buy it?
whether if Mr. Adani is going to come to buy it and he doesn't pay the people what is the MSP price, then he'll have to go to jail for 3 years. ਸਰ ਜਿਹੜਾ ਵਿਧਾਨ ਸਭਾ ਵੱਲੋਂ ਅੱਜ ਬਿੱਲ ਪਾਸ ਕੀਤਾ ਗਿਆ ਕਿ ਸਟੇਟ ਲਿਸਟ ਦਾ ਜ਼ਿਕਰ ਕੀਤਾ ਗਿਆ ਤਾਂ GST ਦੀ ਮੀਟਿੰਗ ਵਿੱਚ ਤੁਸੀਂ ਅਟੈਂਡ ਕੀਤੀ ਹੈ ਤਾਂ ਜਿਹੜਾ ਫੈਡਰਲਿਜ਼ਮ ਦੀ ਜਾਂ ਸਟੇਟ ਰਾਈਟਸ ਦੀ ਗੱਲ ਹੋ ਰਹੀ ਹੈ ਤਾਂ ਜਿਹੜਾ ਇਹ ਬਿੱਲ ਅੱਜ ਪਾਸ ਕੀਤਾ ਗਿਆ ਉਹਦੇ ਵਿੱਚ ਜਿਹੜੀ ਸਟੇਟ ਫੈਡਰਲਿਜ਼ਮ ਅਸੀਂ ਆਪ ਹੀ ਗੱਲ ਮੈਂ ਅਸੈਂਬਲੀ 'ਚ ਚੱਕੀ ਸੀ। ਭੂਮਿਕਾ ਤੇ ਪੰਜਾਬ ਦੀ ਭੂਮਿਕਾ ਕੀ ਲੱਗਦੀ? There is a total breakdown of the federal structure. ਜੋ ਫੈਡਰਲ ਸਟਰਕਚਰ ਐਨਵੈਸੇਜ ਹੋਇਆ ਸੀ ਇਨ ਦੀ ਕਨਸਟੀਟਿਊਸ਼ਨ ਉਹ ਬਿਲਕੁਲ ਇਹਨਾਂ ਨੇ ਤੋੜ ਦਿੱਤੀ ਗਈ ਹੈ। ਸਾਡੇ ਕੋਲ ਵੀ ਹੈਵ ਨੋ ਰਾਈਟਸ ਨਾਓ ਐਂਡ ਦਿਨ ਪਰ ਦਿਨ ਇਹ ਜਿਹੜੀ ਸਾਡੇ ਕਾਨੂੰਨ ਨੇ ਜਿਹਦੇ ਪਾਵਰਸ ਨੇ ਸਟੇਟ ਦੇ ਉਹ ਤੁਸੀਂ ਖਿੱਚ ਰਹੇ ਹੋ। ਨਾ ਤੁਸੀਂ ਅੱਜ ਟੈਕਸੇਸ਼ਨ ਕਰ ਸਕਦੇ ਹੋ, ਨਾ ਤੁਸੀਂ ਕਨਸਟੀਟਿਊਸ਼ਨਲ ਗਾਰੰਟੀ ਦੇ ਕੇ 7 ਮਹੀਨੇ ਦਾ ਤੁਸੀਂ GST ਨਹੀਂ ਦਿੱਤਾ ਜੋ ਤੀਜਾ ਫੇਜ਼ ਚੱਲ ਰਿਹਾ ਹੈ। ਵੀ ਆਰ ਆਲਰੇਡੀ ਡਿਊ 9,500 ਕਰੋੜ ਹਾਲੇ ਦੇ ਨਹੀਂ ਰਹੇ। ਸੋ ਇਫ ਜਦੋਂ ਇਹ ਕਨਸਟੀਟਿਊਸ਼ਨ ਜੋ ਇਹ ਹਾਲਾਤ ਬਣ ਰਹੇ ਨੇ so it is an unfortunate thing for the country. ਇਸ ਪੰਜਾਬ ਦਾ ਨਵਾਂ ਕਾਨੂੰਨ ਕੇਂਦਰ ਦੇ ਕਾਨੂੰਨ ਨੂੰ ਕਾਊਂਟਰ ਕਰਨ ਦੇ ਥੋੜਾ ਦੇਖੋ ਅਸੀਂ ਰੱਦ ਕੀਤੇ ਨੇ ਗਵਰਨਮੈਂਟ ਆਫ ਇੰਡੀਆ ਦੇ, ਅਸੀਂ ਆਪਣੇ ਕਾਨੂੰਨ ਲਿਆਏ ਆ ਐਂਡ ਤੁਸੀਂ ਪੜ੍ਹ ਲਓ ਪਹਿਲਾਂ ਐਂਡ ਦੈਨ ਯੂ ਵਿਲ ਗੈਟ ਐਨ ਆਈਡੀਆ ਅਸੀਂ ਕੀ ਕਿਹਾ ਉਹਦੇ ਵਿੱਚ। ਅਨਫੋਰਚੂਨੇਟਲੀ ਕੋਵਿਡ ਕਰਕੇ ਪ੍ਰੈਸ ਆ ਨਹੀਂ ਸਕੀ ਇਸ ਵਿਧਾਨ ਸਭਾ ਦੇ ਵਿੱਚ, ਨਹੀਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਸੀ ਉੱਥੇ। ਚਲੋ ਸਾਹਿਬ ਤੁਸੀਂ ਸੰਤੁਸ਼ਟ ਹੋ ਕਾਨੂੰਨਾਂ ਤੋਂ ਜਾਂ ਸੀਮਾ ਸਾਹਿਬ? ਦੇਖੋ ਅਸੀਂ CM ਸਾਹਿਬ ਜੋ ਬਿੱਲ ਲੈ ਕੇ ਆਏ ਸੀ ਅਸੀਂ ਇਨਵਨ ਦਬ ਕਿਨਾਂ ਦੇ ਹੱਕ ਦੇ ਵਿੱਚ ਸਪੋਰਟ ਕੀਤੀ ਆ, ਕਿਉਂਕਿ ਅੱਜ ਫਰਜ਼ ਆ ਸਾਰੀਆਂ ਸਿਆਸੀ ਤਰ੍ਹਾਂ ਇੱਕ ਪਾਸੇ ਛੱਡ ਕੇ ਕਿਸਾਨੀ ਨਾ ਖੜਨ। ਔਰ ਮੈਂ ਨਰਿੰਦਰ ਮੋਦੀ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਤੂੰ ਪੰਜਾਬ ਨੂੰ ਬਹੁਤਾ ਛੋਟਾ ਸੂਬਾ ਨਾ ਸਮਝ। ਜਿੰਨੀਆਂ ਵੀ ਇਨਕਲਾਬ ਉੱਠੇ ਨੇ, ਜਿੰਨੀਆਂ ਵੀ ਜੋ ਕੋਈ ਲਹਿਰਾਂ ਉੱਠੀਆਂ ਨੇ ਪੰਜਾਬ 'ਚ ਉੱਠੀਆਂ ਨੇ, ਉਹ ਸਿਰਫ ਛੋਟਾ ਸੂਬਾ ਸਮਝ ਕੇ ਇਹਨੂੰ ਇਗਨੋਰ ਕਰ ਰਿਹਾ। ਜੇ ਕਿਸਾਨੀ ਮਰ ਗਈ ਮੈਂ ਸਮਝਦਾ ਵੀ ਸਾਰੀ ਦੁਨੀਆ ਹੀ ਮਰ ਗਈ। ਇਹ ਜੇ ਪੰਜਾਬ ਦੇ ਵਿੱਚੋਂ ਆਹ ਹਾਲਾਤ ਬਣ ਗਏ ਇਹ ਚਿੰਗਾਰੀ ਬਾਕੀ ਸੂਬਿਆਂ ਦੇ ਵਿੱਚ ਵੀ ਜਾਊ। ਬਿਲਕੁਲ ਜੀ ਅਸੀਂ ਸਰਬਸੰਮਤੀ ਦੇ ਨਾਲ ਜਿਹੜਾ ਹੈ ਕਾਨੂੰਨ ਪਾਸ ਕੀਤਾ ਹੈਗਾ। ਸਾਰੀਆਂ ਪਾਰਟੀ ਨੇ ਆਪਣੀ ਪਾਰਟੀ ਲਾਈਨ ਪਿੱਛੇ ਛੱਡ ਕੇ ਪੂਰੇ ਪੰਜਾਬ ਦੇ ਕਿਸਾਨ ਨਾਲ ਖੜਿਆ, ਖੇਤ ਮਜ਼ਦੂਰ ਨਾਲ ਖੜਿਆ, ਪੂਰੇ ਪੰਜਾਬੀਆਂ ਨਾਲ ਖੜਿਆ ਸੀ। ਸੋ ਅਸੀਂ ਜਿਹੜੀ ਆਪਣੀ ਪਾਰਟੀਬਾਜ਼ੀ ਪਿੱਛੇ ਆ, ਅਸੀਂ ਸਭ ਤੋਂ ਪਹਿਲਾਂ ਪੰਜਾਬ ਆ, ਕਿਸਾਨ ਆ। ਸੋ ਕਿਸਾਨ ਦੇ ਨਾਲ ਆ ਯੂਨਾਨੀਮਸਲੀ ਜਿਹੜਾ ਕਾਨੂੰਨ ਪਾਸ ਕੀਤਾ ਗਿਆ। ਪਰ ਤੁਸੀਂ ਸ਼ੰਕੇ ਜ਼ਾਹਰ ਕਰ ਰਹੇ ਸੀ ਕਿ ਕੈਪਟਨ ਸਰਕਾਰ ਮੋਦੀ ਸਰਕਾਰ ਨਾਲ ਫ੍ਰੈਂਡਲੀ ਮੈਚ ਖੇਡਦੀ ਹੈ, ਰਾਤੋਂ ਰਾਤ ਛੱਡੇ ਜਾ ਰਹੇ। ਦੇਖੋ ਉਦੋਂ ਕਾਪੀਆਂ ਮਿਲੀਆਂ ਨਹੀਂ ਸੀਆਂ, ਅਸੀਂ ਕਾਪੀਆਂ ਦੀ ਮੰਗ ਕਰ ਰਹੇ ਸੀਗੇ। ਜਦੋਂ ਕਾਪੀਆਂ ਮਿਲ ਗਈਆਂ ਜਿਹੜੇ ਸਾਡੇ ਹੈ ਸ਼ੰਕੇ। ਥੈਂਕ ਯੂ। कितनी प्यारी आय हाय जाने क्या खाए 6 महीने में होगा माँ का दूध ही। ना रे ना, जरूर खाए कुछ और भी। दीदी चावल का मार, फिर दाल का पानी। ध्यान से देख, है कुछ और कहानी। मुन्नी ऐसी बढ़ती जाए, बताओ ना क्या क्या खाए। यही सब, पर 6 महीने की हुई अभी तो। अरे तभी तो घर में जो भी हो सब पकाओ, गाढ़ा बनाओ और खिलाओ। 6 महीने जब पूरे हो जाएं, पेट पूजा की घड़ी आए